ਓਕੇ ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਰੋਟੇਸ਼ਨਲ ਮੋਸ਼ਨ ਦਾ ਲਾਸਟ ਵੀਡੀਓ ਬਣਾ ਰਹੇ ਹਾਂ, ਰਾਈਟ। ਇਹਦੇ ਵਿੱਚ ਅਸੀਂ ਨੂਮੈਰੀਕਲਸ ਹੀ ਕੰਟੀਨਿਊ ਕਰਾਂਗੇ ਔਰ ਅੱਜ ਜਿੰਨੇ ਵੀ ਮੈਕਸਿਮਮ ਟਾਈਪਸ ਹੈਗੀਆਂ ਕਵਰ ਅਪ ਕਰ ਲਾਂਗੇ। ਉਸ ਤੋਂ ਬਾਅਦ ਤੁਹਾਨੂੰ ਫਿਰ ਮੈਂ DPPs ਤੇ ਅਸਾਈਨਮੈਂਟ ਵਗੈਰਾ ਭੇਜਾਂਗਾ, ਠੀਕ ਹੈ। ਉਹਨਾਂ ਨੂੰ ਖਤਮ ਕਰੋ ਸੋ ਦੈਟ ਨੈਕਸਟ ਕਲਾਸ ਦੇ ਵਿੱਚ ਅਸੀਂ ਗ੍ਰੈਵੀਟੇਸ਼ਨ ਸ਼ੁਰੂ ਕਰ ਸਕੀਏ। ਗ੍ਰੈਵੀਟੇਸ਼ਨ ਬਹੁਤ ਸਿੰਪਲ ਚੈਪਟਰ ਹੈਗਾ, ਨਾਲ ਨਾਲ ਕਰੋਗੇ ਤੁਹਾਨੂੰ ਲੱਗੇਗਾ ਕਿ ਇਹ ਬਹੁਤ ਹੀ ਸੌਖਾ ਹੈ। ਪਿਛਲਾ ਥੋੜਾ ਜਿਹਾ ਯੂਜ਼ ਹੋਏਗਾ, ਬਾਕੀ ਮੈਜੋਰਿਟੀ ਜਿਹੜਾ ਹੈਗਾ ਨਵੀਂ ਚੀਜ਼ ਦੀ ਹੈਗੀ ਉਹਦੇ 'ਚ, ਠੀਕ ਹੈ। ਹੁਣ ਧਿਆਨ ਨਾਲ ਦੇਖੋ, ਪਹਿਲਾ ਸਵਾਲ। ਇੱਕ ਰੈਕਟੈਂਗੂਲਰ ਬਲੌਕ ਹੈਗਾ ਜਿਹਦੀ ਸਾਈਡ ਹੈਗੀ ਏ ਦੇ ਹਾਈਟ ਹੈਗੀ h, ਰਾਈਟ। ਕਹਿੰਦਾ ਇਹ ਹੌਰੀਜ਼ੌਨਟਲ ਸਰਫੇਸ ਤੇ ਮੂਵ ਕਰ ਰਿਹਾ, ਜਿਹਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈਗਾ μ। ਕਹਿੰਦਾ ਇਹ ਟੋਪਲ ਕਦੋਂ ਕਰੇਗਾ, a μ greater than h/a। ਚਾਰ ਚੋਇਸਸ ਹੈਗੀਆਂ ਨੇ, ਇਹਨਾਂ ਵਿੱਚੋਂ ਕਿਹੜੀ ਸਹੀ ਹੈਗੀ। क्वेश्चन ਕੀ ਹੈਗਾ कि you got a rectangular block moving on a horizontal surface which is rough। ਕਹਿੰਦਾ ਇੱਕ ਕੰਡੀਸ਼ਨ ਕਿਹੜੀ ਸੈਟੀਸਫਾਈ ਹੋਏ ਕਿ ਇਹ ਟੋਪਲ ਕਰੇ। ਸੋਲੂਸ਼ਨ ਇਹਨੂੰ ਤੁਸੀਂ ਦਿਮਾਗ ਲਗਾਓ, 2-4 ਮਿੰਟ ਸੋਚੋ, ਫਿਰ ਮੈਂ ਕਰਾਂਗਾ। ਕਰੋ ਯਾਰ। हो गया? ओके देखो इधर। सपोज करो इस एज के उत्ते टॉपल करता है, मतलब जा इधर ਨੂੰ ਰਿਹਾ ਸੀ, ठीक है। ਇਹਦੇ ਉੱਤੇ ਟੌਪਲ ਕੀਤਾ, ਟੌਪਲ ਜਦੋਂ ਕਰੇਗਾ ਨਾਰਮਲ ਰਿਐਕਸ਼ਨ ਇੱਧਰ ਆਇਆ ਨਾ, ਵੇਟ ਇਹਦਾ ਇੱਧਰ ਨੂੰ ਪਏਗਾ, ਜਾ ਇੱਧਰ ਰਿਹਾ ਸੀ, ਫ੍ਰਿਕਸ਼ਨ ਇੱਧਰ ਲੱਗੇਗੀ। फ्रिक्शन विल बी इन दिस डायरेक्शन। और जो टॉपलिंग करता है लिमिट हैगी फ्रिक्शन की, तो मैं उदन भी दसिया सीगा। हुण ध्यान नाल सोचो, जे मैं ਇਹਦੇ अबाउट टॉप लवां, ਇਹ कोशिश की कर रहा इंज घुमाने की, तो यह कोशिश की कर रहा इंज घुमाने की। ਇਹਦਾ मतलब जो ये टॉपल करेगा बक्सा उत्ते नूं उठेगा, यह डोमीनेट करना चाहिए, ਇਹਦੇ कारण टॉप जिहड़ी हैगी डोमीनेट करनी चाहिए, उन्नी स्ट्रॉन्ग नहीं होनी चाहिए। सो टॉक ड्यू टू FL शुड बी ग्रेटर दैन टॉक ड्यू टू N। ये अबाउट O, मैं अबाउट O ले रहा। टॉक ड्यू टू FL की होएगा फोर्स ऑफ फ्रिक्शन इनटू परपेंडिकुलर डिस्टेंस, h/2 should be greater than normal reaction into perpendicular distance a/2, f on the mu times n। So mu should be greater than a/2। that's what answer, simple या logic, ठीक है। क्वेश्चन नंबर 2, inclined plane angle theta।
square base the block height h. Angle of inclination is increased. Slowly. Then, which is R correct? Coefficient of friction है mu. The block will topple before sliding. ਇਹ ਚਾਰ ਚੋਇਸਸ ਹੈਗੀਆਂ ਨੇ ਰਾਈਟ। ਹੁਣ ਇਹ ਚਾਰ ਚੋਇਸਸ ਵਿੱਚੋਂ ਕਈਆਂ ਸਹੀ ਨੇ, ਇੱਕ ਕਿ ਦੋ ਸਹੀ ਨੇ ਕਿ ਚਾਰੇ ਸਹੀ ਨੇ, ਪਤਾ ਨਹੀਂ ਮੈਨੂੰ, ਆਈ ਡੋਂਟ ਨੋ। ਤੁਸੀਂ ਸੋਚੋ, ਟਰਾਈ ਕਰੋ। ਹੋ ਗਿਆ? ਓਕੇ, ਦੇਖੋ ਤਾਂ ਹੁਣ ਇਹ ਹੈਗੀ ਟੋਪਲਿੰਗ ਐਜ, ਕਿਉਂਕਿ ਇਹ ਇੰਜ ਆ ਰਿਹਾ। ਜੇ ਇੱਥੇ ਟੋਪਲ ਕਰੇਗਾ ਤਾਂ ਨੋਰਮਲ ਰਿਐਕਸ਼ਨ ਇੱਧਰ ਲੱਗੇਗਾ, ਵੇਟ ਤੁਹਾਡਾ ਇੱਧਰ ਹੈ, ਫ੍ਰਿਕਸ਼ਨ ਤੁਹਾਡੀ ਇੱਧਰ। क्वेश्चन वही है, ਇਹਨੂੰ ਇੰਜ ਘੁਮਾਉਣ ਦੀ ਕੋਸ਼ਿਸ਼ ਕਰੇਗਾ, ਵਾਪਸ ਲਿਆਉਣ ਦੀ, ਫ੍ਰਿਕਸ਼ਨ ਇਹਨੂੰ ਗੋਲ ਘੁਮਾਉਣ ਦੀ ਕੋਸ਼ਿਸ਼ ਕਰੇਗਾ, ਟੋਪਲ ਕਰਾਉਣ ਦੀ। ਫॉर टॉपलिंग same FL into H by 2 should be greater than N into A by 2, mu times N, N tan कटे गए। So for toppling, mu should be greater than A by H. तो जे ना होए, then it will slide. The block will slide before toppling if mu is less than A by H. जब टॉपलिंग की कंडीशन कर ली, ਉਹਦਾ ਉਲਟਾ ਹੋਇਆ ਤੇ ਇਹਦਾ स्लाइड करेगा। ठीक है, सो दो आंसर है। ਅੱਜ ਜਿੰਨੇ ਸਵਾਲ ਕਰਨੇ ਨਾ ਸਾਰੇ ਇੰਟੈਲੀਜੈਂਟ ਕੁਐਸਚਨਸ ਹੈਗੇ ਨੇ, ਅੱਗੇ ਵੀ ਅਸੀਂ ਇੰਟੈਲੀਜੈਂਟ ਹੀ ਕੀਤੇ ਨੇ, ਪਰ ਥੀਸ ਆਰ ਦੋਸ ਜਿਹੜੇ ਸਟੂਡੈਂਟਸ ਅੜਦੇ ਨੇ ਜਿਨ੍ਹਾਂ ਦੇ ਉੱਤੇ। ਇਹ ਸਮਝ ਲਓ ਇਹ ਬੀ ਸੈਕਸ਼ਨ ਵਾਲੇ ਸਵਾਲ ਨੇ। ਕੁਐਸਚਨ ਨੰਬਰ 3, a smooth sphere A is moving on a horizontal frictionless plane with angular velocity omega. Angular velocity omega, velocity v, sphere A move करता आ रहा है, एक sphere B identical जड़ा हैगा ਉਹਦੇ ਵਿੱਚ ਵੱਜੇਗਾ। At rest, after collision the angular speeds are omega and omega b। ਹੁਣ ਦੇਖੋ ਇਹਦਾ, this is before collision,
okay, let me explain this again. ਇਹ ਇੱਕ ਸਪੋਜ਼ ਕਰੋ ਸਫੀਅਰ ਹੈਗਾ, ਰੋਲ ਕਰਦਾ ਆ ਰਿਹਾ, ਇਹਦੀ ਵੈਲੋਸਿਟੀ ਹੈਗੀ v, ਐਂਗੂਲਰ ਵੈਲੋਸਿਟੀ ਹੈਗੀ ਓਮੇਗਾ। ਇਹ ਆਈਡੈਂਟੀਕਲ ਹੈ, ਆਈਡੈਂਟੀਕਲ ਸਫੀਅਰ ਐਟ ਰੈਸਟ, ਸਮੂਥ ਸਰਫੇਸ ਦੇ ਉੱਤੇ, ਬਿਫੋਰ ਕੋਲੀਜਨ ਦਿਸ ਇਜ਼ ਸਮੂਥ। ਹੁਣ ਇਹ ਇਲਾਸਟਿਕਲੀ ਵੱਜਿਆ, ਇਹ ਵੱਖਰਾ ਹੋਇਆ। This is after collision. ਇਹਦੀ ਓਮੇਗਾ A, ਇਹਦੀ ਓਮੇਗਾ B, ਐਂਗੂਲਰ ਵੈਲੋਸਿਟੀਜ਼ ਬਣ ਗਈਆਂ। ਹੁਣ ਕੁਐਸਚਨ ਹੈਗਾ ਕਿ ਓਮੇਗਾ A ਤੇ ਓਮੇਗਾ B ਕੀ ਨੇ, ਇਹਦੇ ਚੋਇਸਸ ਦੇਖੋ ਕੀ ਹੈ। ਪਹਿਲੀ ਚੋਇਸ ਹੁਣ ਇਹਨਾਂ ਵਿੱਚੋਂ ਤੁਸੀਂ ਕਰਨੀ ਸਿਲੈਕਟ। ਥੋੜਾ ਜਿਹਾ ਸੋਚੋ, ਦੇਖੋ ਤੁਹਾਡੇ ਕੋਲ ਹੁੰਦੀ ਹੈ। ਲੈਟਸ ਸੀ हो गया। ओके, लेट मी एक्सप्लेन। देखो बेटा, ਇਹ ਰੋਲ ਕਰਦੀ ਆ ਰਹੀ ਹੈ, ਇਹਨਾਂ ਦਾ ਅੱਗੇ ਨੂੰ ਵੀ ਜਾ ਰਹੀ ਹੈ ਤੇ ਗੋਲ ਗੋਲ ਘੁੰਮ ਰਹੀ ਹੈ। ਇਹ ਖੜੀ ਸੀਗੀ, ਇਲਾਸਟਿਕ ਕੋਲੀਜਨ ਹੋਈ। ਤੁਹਾਨੂੰ ਪਤਾ ਹੈ ਜਦੋਂ ਮਾਸਸ ਸੇਮ ਹੋਣ, ਆਈਡੈਂਟੀਕਲ ਦਾ ਮਤਲਬ ਮਾਸਸ ਸੇਮ, ਵੈਲੋਸਿਟੀਜ਼ ਇੰਟਰਚੇਂਜ ਹੋ ਜਾਂਦੀਆਂ, ਇਹਨੂੰ ਵੈਲੋਸਿਟੀ v ਮਿਲ ਜਾਣੀ, ਇਹਦੀ ਵੈਲੋਸਿਟੀ ਕੀ ਹੋ ਜਾਣੀ 0, ਮਤਲਬ ਇਹਨੇ ਖੜੀ ਹੋ ਜਾਣੀ। ਹੁਣ ਇਹ ਤੇ ਹੋ ਗਈ, ਇਹਨੂੰ ਵੈਲੋਸਿਟੀ ਮਿਲ ਗਈ। ਕੁਐਸਚਨ ਇਹ ਉੱਠਦਾ ਓਮੇਗਾ ਦਾ ਮੈਂ ਕੀ ਕਰਾਂ। ਹੁਣ ਧਿਆਨ ਨਾਲ ਦੇਖਣਾ, ਜਦੋਂ ਥੱਲੇ ਫ੍ਰਿਕਸ਼ਨ ਨਹੀਂ ਹੈਗੀ, ਟੌਰਕ ਕੌਣ ਪੈਦਾ ਕਰੇਗਾ? ਫੋਰਸਸ ਕਿਹੜੇ ਲੱਗੇ ਹੋਏ ਨੇ? ਇੱਕ mg ਤੇ ਲੱਗਾ ਹੋਇਆ, ਉਹ ਸੈਂਟਰ ਆਫ ਮਾਸ ਵਿੱਚੋਂ ਲੰਘ ਰਿਹਾ, ਉਹ ਟੌਰਕ ਪੈਦਾ ਕਰ ਨਹੀਂ ਸਕਦਾ। ਫ੍ਰਿਕਸ਼ਨ ਹੈ ਨਹੀਂ ਜਿਹੜਾ ਟੌਰਕ ਪੈਦਾ ਕਰੇ। ਜੇ ਟੌਰਕ ਨਾ ਪੈਦਾ ਹੋਇਆ, ਐਲਫਾ ਨਹੀਂ ਬਣੇਗਾ। ਜੇ ਐਲਫਾ ਨਾ ਬਣਿਆ, ਨਾ ਇਹ ਓਮੇਗਾ ਵਧੇਗਾ ਨਾ ਓਮੇਗਾ ਘਟੇਗਾ। ਸੋ ਓਮੇਗਾ A ਦੀ ਵੈਲਿਊ ਜਿਹੜੀ ਹੈਗੀ ਓਮੇਗਾ ਹੀ ਰਹੇਗੀ। ਹੁਣ ਕੁਐਸਚਨ ਆਉਂਦਾ ਓਮੇਗਾ B ਤੇ। ਓਮੇਗਾ B ਨੂੰ ਕੁਝ ਨਹੀਂ ਮਿਲਣਾ, ਰੀਜ਼ਨ ਇਸ ਨੂੰ ਸਿਰਫ v ਮਿਲਣੀ ਹੈ, ਤੇ ਇਹਦਾ ਮਤਲਬ ਇਹ ਸਿਰਫ v ਨਾਲ ਜਾਏਗਾ। ਓਮੇਗਾ B 0 ਹੋਏਗਾ ਕਿਉਂਕਿ ਟੌਰਕ ਹੀ ਨਹੀਂ ਪੈਦਾ ਹੋਇਆ। ਸੋ ਇਹਦਾ ਓਮੇਗਾ ਬਣ ਨਹੀਂ ਸਕਦਾ, ਇਹਦਾ ਓਮੇਗਾ ਘਟ ਨਹੀਂ ਸਕਦਾ। ਸੋ ਇਹ ਓਮੇਗਾ ਨਾਲ ਹੀ ਘੁੰਮੀ ਜਾਏਗਾ, ਇਹ ਘੁੰਮੇਗਾ ਨਹੀਂ, ਸਿਰਫ ਸਲਾਈਡ ਕਰੇਗਾ। ਸੋ ਦਿਸ ਵਿਲ ਸਲਾਈਡ। ਸੋ ਓਮੇਗਾ B ਦੀ ਵੈਲਿਊ 0 ਹੁੰਦੀ, ਸੋ ਓਮੇਗਾ B ਹੁੰਦਾ ਹੀ ਨਹੀਂ। ਸੋ ਵੈਰੀ ਇੰਟੈਲੀਜੈਂਟ ਕੁਐਸਚਨ ਹੈ, IIT ਦੇ ਵਿੱਚ ਆਇਆ ਹੋਇਆ ਸੀ। ਔਖਾ ਨਹੀਂ ਹੈਗਾ, ਲੌਜੀਕਲ ਹੈਗਾ। ਠੀਕ ਹੈ। Question number 4. A thin wire of length L. I'm a statement लिखवाने लगा. Question number 4. A thin wire of length L and density rho. Of length L and density means linear mass density. Linear mass density rho is bent into a circular loop as shown. Moment of inertia of the loop about x dash. Moment of inertia about x dash is
पाई स्क्वायर। फाइव बाई 16 3/8। ਇਹ ਤੁਸੀਂ ਕਰ ਸਕਦੇ ਹੋ, ਟਰਾਈ ਕਰੋ ਯਾਰ। ਲੈਟਸ ਸੀ ਕੈਨ ਡੂ ਇਟ। हो गया? ये देखो, कहना थिन वायर ऑफ लेंथ है एंड डेंसिटी रो। डेंसिटी जी है लीनियर मास डेंसिटी है। लीनियर मास डेंसिटी का मतलब मास पर यूनिट लेंथ। सो रो इंटू एल हैगा मास। रो हैगा मास पर यूनिट लेंथ। लीनियर मास डेंसिटी का मतलब है होंगे, लीनियर का मतलब होंगे स्ट्रेट लाइन, वन डायमेंशनल। सो मास पर यूनिट लेंथ है। एल इंटू रो इज इक्वल टू एम। सरकमफ्रेंस की होगी 2πr। इथों आर निकाल लो, एल ओवर 2π। क्यों मैं कर रहा तो हमने पता लग गया। मैनू इत्थे मोमेंट ऑफ इनर्शिया चाहिए, आई एक्स एक्स डैश। यह होएगा इत्थे, यानी कि डायमीटर ते रिंग हैगी है। डायमीटर ते की होंदा है रिंग का, एम आर स्क्वायर बाई 2। इत्थे की होएगा पैरेलल एक्सिस थ्योरम 3/2 एम आर स्क्वायर। बस ये वैल्यू भर दो, 3/2 एम की जगह एल बाई रो, आर की जगह कुछ भी नहीं कटे जाना। 3 रो एल क्यूब 8 पाई स्क्वायर। डी आंसर। ठीक है। फिफ्थ, fifth question. 1/4 sector is cut from a uniform circular disk of mass m. Made to rotate about क्वेश्चन है कि एक सर्कुलर डिस्क है, मतलब पूरी डिस्क जो मास सीगा एम का रेडियस सीगा आर, ਉਹਦੇ ਚੋਂ ਤੁਸੀਂ 1/4 ਕੱਟ ਲਿਆ। ਇਹਦਾ ਮਤਲਬ ਇਹ 1/4 ਨੂੰ ਹੁਣ ਤੁਸੀਂ ਲਿਆ, ਨੈਚੁਰਲੀ ਇਹਦਾ ਮਾਸ m ਨਹੀਂ ਰਹਿਣਾ, m ਡੈਸ਼ ਹੋ ਜਾਣਾ। ਹੁਣ ਇਹਦਾ 1/4 ਤੁਸੀਂ ਡਿਸਕ ਲਈ ਤੇ ਇਹਨੂੰ ਗੋਲ ਘੁਮਾਤਾ। ਜੇ ਤੁਸੀਂ ਇਹਨੂੰ ਗੋਲ ਘੁਮਾਉਂਦੇ ਹੋ, ਇਹਦਾ ਕਹਿੰਦਾ ਮੂਵਮੈਂਟ ਆਫ ਇਨਰਸ਼ੀਆ ਇਸ ਪੁਆਇੰਟ ਦੇ ਅਬਾਊਟ ਕੀ ਹੋਏਗਾ। ਇਹਨੂੰ ਕਿਸ ਤਰ੍ਹਾਂ ਕਰੀਏ, देखो ध्यान। इनू इमेजिन करीदा होंदा कि पूरी डिस्क जिहड़ी दित्ती हुई सी ਉਹਦਾ मूवमेंट ऑफ इनर्शिया कर लीदा एम आर स्क्वायर बाई 2। जो पूरी डिस्क होंदी सेंटर चो एक्सिस लंघदी परपेंडिकुलर ते की होंदा एम आर स्क्वायर बाई 2। है जी 1/4 डिस्क। आई डैश है, आई बाई 4 होएगी।
है थोड़ा आंसर। अच्छा जे सपोज करो ਤੁਹਾਨੂੰ ਇਹ ਦਿੱਤਾ ਹੁੰਦਾ ਕਿ ਇਹਦਾ ਮਾਸ m ਹੈਗਾ, ਇਹਦਾ ਮਾਸ m ਹੈਗਾ, ਉਹਨੇ ਇਹ ਨਹੀਂ ਕਿਹਾ ਕਿ ਡਿਸਕ ਦਾ ਮਾਸ m ਤੇ ਉਹਦੇ ਚੋਂ ਕੱਟਿਆ, ਉਹਨੇ ਕਿਹਾ ਨਹੀਂ ਜਿਹੜਾ ਤੁਸੀਂ 1/4 ਲਿਆ ਇਹਦਾ ਮਾਸ m ਹੈਗਾ। ਫਿਰ ਮੂਵਮੈਂਟ ਆਫ ਇਨਰਸ਼ੀਆ ਇਹਦਾ ਕੀ ਨਿਕਲਦਾ, ਫਿਰ ਤਾਂ ਅਸੀਂ ਕੀ ਸਮਝਣਾ ਸੀ, ਫਿਰ ਤੁਸੀਂ ਲੈਂਦੇ ਪੂਰੀ ਡਿਸਕ, ਉਹਦਾ ਮਾਸ ਕੀ ਹੋਣਾ ਸੀ 4m, ਫਿਰ ਤੁਸੀਂ ਲਿਖਦੇ I ਇਜ਼ ਇਕੁਅਲ ਟੂ m ਦੀ ਜਗ੍ਹਾ 4m। ਹੁਣ I ਡੈਸ਼ ਕੀ ਨਿਕਲਦਾ 1/4, ਫਿਰ ਆਲਾ ਆਂਸਰ ਆਣਾ ਸੀ mr²/2। ਕਈ ਵਾਰੀ ਇਹ ਬਦਮਾਸ਼ੀ ਕਰ ਜਾਂਦੇ ਹੁੰਦੇ ਨੇ, ਇਹ ਕਹਿ ਦਿੰਦੇ ਹੁੰਦੇ ਜਿਹੜਾ ਕੁਆਟਰ ਸਰਕਲ ਤੁਸੀਂ ਕੱਢਿਆ ਉਹਦਾ ਮਾਸ ਹੈਗਾ m, ਤੇ ਦੱਸੋ ਉਹਦਾ ਮੂਵਮੈਂਟ ਆਫ ਇਨਰਸ਼ੀਆ ਕੀ ਹੋਏਗਾ। ਫਿਰ ਸਿੰਪਲ ਜਿਹਾ ਫਾਰਮੂਲਾ, ਪੂਰੀ ਡਿਸਕ ਵਾਲਾ ਫਾਰਮੂਲਾ ਲਗਾ ਲਓ। ਜੇ ਸਪੋਜ਼ ਕਰੋ ਹੁਣ ਮੈਂ 90 ਡਿਗਰੀਜ਼ ਨਾ ਦਵਾਂ, ਤੁਹਾਨੂੰ ਕਹਾਂ ਥੀਟਾ ਡਿਗਰੀਜ਼, ਤੇ ਤੁਹਾਨੂੰ ਮੈਂ ਪੁੱਛਾਂ ਉਹਦਾ ਮੂਵਮੈਂਟ ਆਫ ਇਨਰਸ਼ੀਆ ਕੀ ਹੋਏਗਾ ਜੇ ਉਹਦਾ ਮਾਸ m ਹੋਏ, mr²/2। ਸਮਝ ਲੱਗੀ। ਅੱਛਾ ਜੇ ਮੈਂ ਤੁਹਾਨੂੰ ਇਸ ਤਰ੍ਹਾਂ ਦਵਾਂ ਕਿ ਡਿਸਕ ਦਾ ਮਾਸ ਹੈਗਾ m, ਐਂਗਲ ਥੀਟਾ ਹੈ, ਫਿਰ ਕੀ ਕਰੋਗੇ, ਪਹਿਲੇ ਦੇਖੋਗੇ ਫ੍ਰੈਕਸ਼ਨ ਕਿੰਨਾ ਬਣਦਾ, ਥੀਟਾ ਓਵਰ 2π ਫ੍ਰੈਕਸ਼ਨ ਹੈਗਾ, ਜਿਸ ਤਰ੍ਹਾਂ ਇੱਥੇ 90 ਓਵਰ 360 1/4 ਸੀ, ਥੀਟਾ ਓਵਰ 2π ਫ੍ਰੈਕਸ਼ਨ ਹੋਏਗਾ। ਸੋ ਇੱਥੇ ਜਿਹੜਾ ਹੈਗਾ ਫ੍ਰੈਕਸ਼ਨ ਨਾਲ ਡਿਵਾਈਡ ਕਰਨਾ ਸੀਗਾ, 90 ਓਵਰ 360 ਕੀ ਸੀ 1/4, ਸੋ ਇਹਨੂੰ ਇਨਟੂ ਥੀਟਾ ਓਵਰ 2π ਕਰ ਦੇਣਾ। ਇਹ ਐਕਚੁਅਲ ਫਾਰਮੂਲਾ ਹੁੰਦਾ mr² ਥੀਟਾ ਓਵਰ 2π, ਜਿੰਨਾ ਐਂਗਲ ਉਸ ਹਿਸਾਬ ਨਾਲ। ਮਤਲਬ ਜੇ ਪੂਰੀ ਡਿਸਕ ਦਾ ਮਾਸ m ਦਿੱਤਾ ਹੋਏ, ਤੁਹਾਨੂੰ ਇੱਥੇ ਐਂਗਲ ਥੀਟਾ ਦਿੱਤਾ ਹੋਏ, ਫਿਰ ਇਹ ਫਾਰਮੂਲਾ ਲਗਾ। ਹੁਣ ਦੇਖੋ ਥੀਟਾ ਸਾਨੂੰ ਕੀ ਦਿੱਤਾ ਸੀ 90, ਇੱਥੇ 90 ਪੁੱਟ ਕਰੋ, 90 ਓਵਰ 360 ਕੀ ਹੁੰਦਾ 1/4, ਇਹ 2 ਤੇ ਆਣਾ ਹੀ ਸੀਗਾ, mr²/2 ਤੇ ਆਣਾ ਹੀ ਸੀ, ਇੱਥੇ ਥੀਟਾ ਓਵਰ 2π ਨਾਲ ਲੱਗ ਜਾਣਾ ਸੀ, ਤੇ 1/4 ਹੋ ਜਾਣਾ ਸੀ। ਦੇਖੋ 90 ਓਵਰ 360 1/4 4 2 8 ਆ ਜਾਣਾ ਸੀ। ਕਦੋਂ, ਜਦੋਂ ਪੂਰੀ ਡਿਸਕ ਦਾ ਮਾਸ m ਦਿੱਤਾ ਹੋਏ ਤੇ ਉਹਦੇ ਚੋਂ ਤੁਸੀਂ ਇੱਕ ਹਿੱਸਾ ਕੱਟਿਆ ਹੋਏ, ਫਿਰ ਇਹ ਫਾਰਮੂਲਾ ਲਗਾਉਣਾ। ਲੇਕਿਨ ਜੇ ਤੁਹਾਨੂੰ ਉਹ ਹਿੱਸੇ ਦਾ ਹੀ ਮਾਸ m ਦਿੱਤਾ ਹੋਏ, ਫਿਰ ਸਿੱਧਾ ਹੀ ਫਾਰਮੂਲਾ ਲਗਾਓ mr²/2, ਫਿਰ ਨਹੀਂ ਸੋਚਣ ਦੀ ਲੋੜ ਕਿੰਨਾ ਹਿੱਸਾ ਕਿੰਨਾ ਨਹੀਂ ਹੈਗਾ, ਉਹ ਆਨਸਰ mr²/2 ਹੀ ਆਣਾ। ਸਮਝ ਲੱਗੀ, ਇੰਪੋਰਟੈਂਟ ਇਹ, ਫਿਰ ਸੁਣ ਲਓ। ਪੂਰੀ ਡਿਸਕ ਦਿੱਤੀ ਹੋਏ, ਉਹਦਾ ਮਾਸ ਹੋਏ m, ਉਹਦੇ ਚੋਂ ਇੱਕ ਹਿੱਸਾ ਕੱਢੋ ਜਿਹਦਾ ਐਂਗਲ ਹੋਏ ਥੀਟਾ, ਫਿਰ ਇਹ ਫਾਰਮੂਲਾ ਲੱਗਣਾ mr²/2 ਤੇ ਹੁੰਦਾ ਪੂਰੀ ਡਿਸਕ ਦਾ, ਤੇ ਜਿੰਨਾ ਐਂਗਲ ਉਹਨੂੰ 360 ਨਾਲ ਡਿਵਾਈਡ ਕਰ ਦਿਓ, ਇਹ ਤੁਹਾਡਾ ਆਨਸਰ ਆ ਜਾਏਗਾ। ਅੱਛਾ ਇਹ ਹੋ ਗਿਆ ਪਹਿਲਾ ਪਾਰਟ। ਹੁਣ ਦੂਸਰਾ ਪਾਰਟ, ਜੇ ਉਹ ਹਿੱਸਾ ਕੱਢਿਆ ਹੋਏ ਉਹਦਾ ਮਾਸ ਦਿੱਤਾ ਹੋਇਆ m, ਫਿਰ ਫਾਰਮੂਲਾ ਕਿੰਨਾ, ਫਿਰ ਜੋ ਡਿਸਕ ਦਾ ਫਾਰਮੂਲਾ ਉਹਦਾ ਹੀ ਫਾਰਮੂਲਾ ਸਿੱਧਾ ਲਗਾਓ, ਭਾਵੇਂ ਉਹ ਐਂਗਲ 90 ਹੋਏ, ਭਾਵੇਂ ਉਹ 60 ਹੋਏ, ਭਾਵੇਂ ਉਹ 30 ਹੋਏ, ਭਾਵੇਂ ਥੀਟਾ ਹੋਏ, ਫਾਰਮੂਲਾ ਦਾ ਆਨਸਰ ਕੀ ਹੋਏਗਾ mr²/2। ਠੀਕ ਹੈ, ਇੰਪੋਰਟੈਂਟ ਹੈਗਾ, ਨੋਟ ਕਰ ਲੈਣਾ। ਐਫਸਾਨ ਵਾਸਤੇ ਅਸੀਂ ਤੁਹਾਨੂੰ ਸਵਾਲ ਦਿੰਦੇ ਹੁੰਦੇ ਹਾਂ। 6th question, ਹੁਣ ਦੇਖੋ ਬੜਾ ਫੇਮਸ ਸਵਾਲ ਹੈ IIT ਦਾ ਹੈਗਾ ਵੀ, ਕਿ ਇਹ ਇੱਕ ਡਿਸਕ ਹੈਗੀ, ਇੱਥੇ ਇੱਕ ਟੋਰਟੋਇਸ ਬੈਠਾ ਹੋਇਆ, ਟੋਰਟੋਇਸ, ਬਟ ਟੋਰਟੋਇਸ ਇਜ਼ ਸਿਟਿੰਗ ਡਾਊਨ ਹੀਅਰ, ਤੇ ਇਹਨੂੰ ਓਮੇਗਾ ਨੋਟ ਐਂਗੂਲਰ ਵੈਲੋਸਿਟੀ ਦਿੱਤੀ ਗਈ ਹੈ, ਓਮੇਗਾ ਦਿੱਤੀ ਗਈ ਐਂਗੂਲਰ ਵੈਲੋਸਿਟੀ। ਕੁਐਸਚਨ ਹੈਗਾ ਗ੍ਰਾਫ ਜਿਹੜਾ ਹੈਗਾ ਓਮੇਗਾ ਵਰਸਸ ਟਾਈਮ ਹੈ, ਓਮੇਗਾ ਵਰਸਸ ਟਾਈਮ ਦਾ ਗ੍ਰਾਫ ਕੀ ਹੋਏਗਾ ਜਦੋਂ ਇਹ ਇੰਜ ਟੁਰੇ, ਕੋਰਡ ਦੇ ਉੱਤੇ ਟੁਰੇ, ਇੱਥੋਂ ਟੁਰ ਕੇ ਇੱਥੇ ਪਹੁੰਚੇ, ਤੇ ਕੀ ਹੋਏਗਾ। ਇਹ ਚਾਰਾਂ ਵਿੱਚੋਂ ਇੱਕ ਚੋਇਸ ਹੈਗੀ ਹੈ, ਸੋਚੋ ਜਰਾ ਕਿਸ ਤਰ੍ਹਾਂ ਕਰਨਾ, ਟਰਾਈ ਕਰੋ।
हो गया। ये देखो सिंपल लॉजिक है, एंगुलर मोमेंटम कंजर्व रहना, क्योंकि एक्सटर्नल टॉप ते लगा ही नहीं, अंदरों ही बॉडी चली, अंदरों ही अगे निकल गई। यह दूरी हैगी आर, यह भी दूरी हैगी आर। सो स्टार्टिंग ते एंड पॉइंट के उत्ते ओमेगा सेम होएगा। हुण यह दूरी नैचुरली यह दोनों तो छोटी होएगी। जो दूरी छोटी होएगी मोमेंट ऑफ इनर्शिया घटेगा कि बढ़ेगा, एम आर स्क्वायर मोमेंट ऑफ इनर्शिया घटेगा। जो मोमेंट ऑफ इनर्शिया घटेगा ओमेगा बढ़ेगा। आर स्क्वायर है, डिस्टेंस का स्क्वायर, स्ट्रेट लाइन नहीं हो सकती। सो इट हैज टू बी लाइक दिस या लाइक दिस। सो नैचुरली जिस तरह इथों इत्थे टुरिया घटिया डिस्टेंस, डिस्टेंस घट गया, आई घट गया, मोमेंट ऑफ इनर्शिया घट गया, ओमेगा बढ़ गया। सो ओमेगा बढ़ गया फिर घट गया, आंसर बी है। ठीक है। क्वेश्चन नंबर 7, कहता एक सिलेंडर है, उत्ते नूं जा रहा है, फिर उत्ते जाके थले आएगा। वाइल गोइंग अप एंड वाइल कमिंग डाउन डायरेक्शन ऑफ फ्रिक्शन किधर होएगा? ए। जो जा रहा है अप फ्रिक्शन डाउन, जो आ रहा है डाउन फ्रिक्शन अप, जो जा रहा है अप एंड डाउन फ्रिक्शन अप, जो अप एंड डाउन फ्रिक्शन डाउन, जो जा रहा है अप फ्रिक्शन अप, जो जा रहा है डाउन फ्रिक्शन डाउन। उन्हें चारों चो एक चॉइस हैगी, मतलब जो है उत्ते जा रहा फ्रिक्शन किधर हैगी मैंने नहीं पता, जो थले आ रहा रोल कर रहा है विदाउट स्लिपिंग, तो फ्रिक्शन किधर हैगी। दैट इज द बेसिक आइडिया। यू वुड लाइक टू नो द डायरेक्शन ऑफ फ्रिक्शन। सोचो जरा। हो गया? ये देखो लेट मी एक्सप्लेन। जो आ रहा है डाउन इस तरह आता है, जो जा रहा है अप इस तरह जाता है। इंज रोल करोगे तो ऊपर जाएगा, इंज रोल करोगे तो थले आएगा, कमिंग डाउन एंड गोइंग अप। वो ध्यान नाल सुनना, जो इस तरह जा रहा है, ਇਹਦਾ ओमेगा इधर है। वो नैचुरली ओमेगा जिस तरह ऊपर जाएगा स्पीड घटेगी, एल्फा किधर होना चाहिए, एल्फा इनू अपोज करे ਤਾਂ ਹੀ ਇਹਦੀ ओमेगा घटेगा। ਜਦੋਂ आ रहा है थले ਇਹਦੀ स्पीड ਵਧेगी, ओमेगा ਵਧेगा, एल्फा किधर होना चाहिए। दोनों केसेस ਵਿੱਚ एल्फा इको डायरेक्शन ਵਿੱਚ आ रहा है, ਇਹਦਾ मतलब फ्रिक्शन भी इको डायरेक्शन ਵਿੱਚ होना चाहिए, और दोनों डायरेक्ट मतलब जो फ्रिक्शन है वही एल्फा पैदा करता है। हूँ जे मैं लवां फ्रिक्शन इधर आर, इधर आर क्रॉस एफ टॉप पैदा करेगा, टॉप जरा है वो आई अल्फा पैदा करेगा, ये एल्फा इधर बन जाएगा। सिमिलरली फ्रिक्शन इधर लेनी पड़ेगी, आर एल्फा, आर एफ विल गिव यू आई अल्फा, वो भी इधर बनेगा। सो फ्रिक्शन दोनों अपवर्ड्स होंगे in both the cases, whether it's going up or whether it's coming down, friction should be upwards. ठीक है, very very important question and नीट विच भी आ चुका है एक बारी। क्वेश्चन नंबर 8, कहता एक लाइट रॉड है,
ਉਹਦੇ ਨਾਲ ਦੋ ਮਾਸਸ ਆਈਡੈਂਟੀਕਲ ਲੱਗੇ ਹੋਏ ਨੇ। ਇੱਥੋਂ एंगुलर मोमेंटम सॉरी लीनियर मोमेंटम एम वी ਨੂੰ ਦਿੱਤਾ ਗਿਆ। आके कोई चीज़ वजी होनी जी मोमेंटम एम इंटू वी कैरी करती है, ਇਹਦਾ मास एम यह भी एम इंटू वी कैरी करती है। क्वेश्चन है ਇਹਦਾ एंगुलर मोमेंटम की होएगा, नहीं एंगुलर वेलोसिटी की होएगी। ਇਹ ਹੈਗਾ ਲਾਈਟ ਰॉड, ਇਹ ਰੈਸਟ ਤੇ ਪਿਆ ਸੀ, मतलब एक टेबल के उत्ते दो बॉल्स नाल लगे हुए रॉड के, मतलब इत्थे एक बॉल इत्थे इत्थे कोई चीज़ आके वजी जी मोमेंटम उन्होंने देगी तो रॉड घूमना शुरू हो जाएगा। कहता वह ओमेगा की होएगा। कोई भी चीज़ नूं तुसीं आम चीज़ करते होंदे हो, तुसीं उत्थे कोई छोटी जी स्टिक पई होए इंज मारते नहीं होंदे इंज करके फिर उड़दी जाती गोल गोल, वो ऐसी चीज़ लभनी है। ਇਹਦਾ एंगुलर वेलोसिटी की होएगी। ਇਹ मैं तुहानूं कराना, देखो एंगुलर मोमेंटम की इहनूं मिलेगा, एम इंटू वी घूमेंगी काहदे ते, सेंटर ऑफ मास से। ਇਹਦਾ लेंथ दिती हुई तुहानूं L/2 L दिती हुई है L/2 ले लो। एंगुलर मोमेंटम होएगा एम वी इंटू परपेंडिकुलर डिस्टेंस L/2। ਇਹ ਕੀ पैदा करेगी, आई ओमेगा, बस ਇਹ ओमेगा करना सी आपां। एम वी L/2 विल बी इक्वल टू आई एम L/2 का स्क्वायर ट्वाइस, क्योंकि रॉड का कोई मूवमेंट ऑफ इनर्शिया नहीं है, क्योंकि लाइट रॉड का मतलब कोई मास नहीं है। इन्हें नहीं बनाना, एम इंटू डिस्टेंस स्क्वायर इसका ट्वाइस हो जाएगा इंटू ओमेगा, एम वी L/2 एम एल स्क्वायर, यह भी 2 आ जाना क्योंकि यह 2 है 4 है ओमेगा 2 एंड 2 विल गो, एक एल उड़ जाएगा एम उड़ जाएगा, ओमेगा विल बी इक्वल टू वी ओवर है थोड़ा आंसर। ठीक है, क्वेश्चन नंबर 9। क्वेश्चन नंबर 9 दे विच कहता एक रिंग है, ਇਹਦਾ मास m, रेडियस r। सिंपल है, यह तुसीं कर सकते। यह ओमेगा नाल घूमदा पिया। तुसीं इस तो बाद की कीता है, इहदे उत्ते डायमीट्रिकली ऑपोजिट साइड्स से दो मासस इधर दो मासस इधर रख के जेंटली प्लेस किया। कहना हुण ओमेगा की होए, फाइंड ओमेगा डैश। करो ट्राई, आंसर ही मैं तुहानूं दांगा, आपे ट्राई करो। हो गया, देखो इधर एंगुलर मोमेंटम कंजर्व रहना, आई इनिशियल ओमेगा इनिशियल मस्ट बी इक्वल टू आई फाइनल ओमेगा फाइनल। आई इनिशियल की है सिर्फ रिंग का एम आर स्क्वायर ओमेगा नाल घूमदा पे। आई फाइनल की है एम आर स्क्वायर प्लस 1 2 3 4, बस इतों आंसर आया ना। आर स्क्वायर कैंसल हो जाने,
ਇਹ ਤੁਹਾਡਾ ਆਨਸਰ ਹੈਗਾ। ਓਕੇ, ਨੈਕਸਟ ਕੁਐਸਚਨ। ਟੈਂਥ ਕੁਐਸਚਨ ਕਹਿੰਦਾ ਇੱਕ ਵੀਲ ਹੈਗਾ, ਉਹਦਾ ਸੈਂਟਰ ਹੈ, ਇਹ P ਹੈ ਡਿਸਟੈਂਸ R ਤੇ, ਇਹ Q ਹੈ ਡਿਸਟੈਂਸ R ਤੇ। ਕਹਿੰਦਾ ਵੈਲੋਸਿਟੀ ਕਿਹਦੀ ਸਭ ਤੋਂ ਜ਼ਿਆਦਾ ਹੋਏਗੀ? A, ਕਰੋ ਹਾਂ ਯਾਰ, ਲੈਟਸ ਸੀ ਤੁਸੀਂ ਕੀ ਦਿਮਾਗ ਲਗਾਉਂਗੇ। ਇਹਦੇ ਵਿੱਚ ਮੈਂ ਤੁਹਾਨੂੰ ਬੜਾ ਵਧੀਆ ਮੈਥਡ ਇੱਕ ਸਿਖਾਇਆ ਸੀਗਾ, ਜੇ ਤੁਹਾਨੂੰ ਉਹ ਯਾਦ ਹੋਏ ਤੇ। ਹੋ ਗਿਆ? ਓਕੇ, ਦੇਖੋ ਤੁਹਾਨੂੰ ਮੈਂ ਕੀ ਕਿਹਾ ਸੀਗਾ ਕਿ ਇਹ ਐਕਚੁਅਲੀ ਰੋਲਿੰਗ ਵਿਦਆਊਟ ਸਲਿਪਿੰਗ ਕਰ ਰਿਹਾ। ਜੇ ਮੈਂ ਤੁਹਾਨੂੰ ਨਹੀਂ ਕਿਹਾ ਨਾ, ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਬਾਲ ਜਿਹੜਾ ਹੈਗਾ ਰੋਲ ਵਿਦਆਊਟ ਸਲਿਪਿੰਗ ਕਰ ਰਿਹਾ, ਰੋਲਿੰਗ ਵਿਦਆਊਟ ਸਲਿਪਿੰਗ ਹੈ, ਤਾਂ ਤੁਹਾਨੂੰ ਮੈਂ ਪੁੱਛਿਆ ਵੈਲੋਸਿਟੀਜ਼। ਹੁਣ ਟਰਾਈ ਕਰ ਲਓ, ਕਰੋ ਯਾਰ। ਹੋ ਗਿਆ? ਇਹ ਦੇਖੋ ਤੁਹਾਨੂੰ ਮੈਂ ਸਮਝਾਇਆ ਸੀ ਕਿ a body which is rolling without slipping is equal to a body which is rotating about the point of contact। ਔਰ ਇਹਦੇ ਤੋਂ ਦੂਰੀ ਵੇਖਣੀ ਹੁੰਦੀ ਕਿ ਇਹਦੇ ਅਬਾਊਟ ਇਹ ਘੁੰਮਦਾ ਪਿਆ ਇੰਜ, ਇਹ ਘੁੰਮਦਾ ਪਿਆ ਇੰਜ, ਇਹ ਘੁੰਮਦਾ ਪਿਆ ਇੰਜ ਐਂਡ ਸੋ ਔਨ। ਇਹਦੀ ਦੂਰੀ ਦੇਖਣੀ ਹੁੰਦੀ ਹੈ, ਇਹਦਾ ਰੇਡੀਅਸ ਲੈ ਕੇ ਤੁਸੀਂ ਇਹਦੇ ਸਰਕਲਸ ਬਣਾਉਣੇ ਹੁੰਦੇ ਨੇ। ਦੇਖੋ ਇਹਦੀ ਇੱਥੋਂ ਦੂਰੀ, ਇਹਦੀ ਇੱਥੋਂ ਦੂਰੀ, ਇਹਦੀ ਇੱਥੋਂ ਦੂਰੀ, ਕਲੀਅਰਲੀ ਇਹ ਸਭ ਤੋਂ ਘੱਟ ਹੈ, ਇਹ ਸਭ ਤੋਂ ਜ਼ਿਆਦਾ ਹੈ, ਇਹ ਵਿਚਕਾਰ ਹੈ। ਜਿੰਨੀ ਦੂਰੀ ਜ਼ਿਆਦਾ ਹੋਏਗੀ ਫਿਰ ਅਸੀਂ ਕਹਿੰਦੇ ਹੁੰਦੇ ਹਾਂ ਕਿ ਇਹ ਘੁੰਮਦਾ ਪਿਆ ਵਿਦ ਐਂਗੂਲਰ ਵੈਲੋਸਿਟੀ ਓਮੇਗਾ, ਸਿਰਫ ਓਮੇਗਾ ਨਾਲ ਅਕ੍ਰੋਸ O। ਤੇ ਨੈਚੁਰਲੀ ਜਿਹੜੀ ਦੂਰੀ ਜ਼ਿਆਦਾ ਹੋਏਗੀ, V ਜ਼ਿਆਦਾ ਹੋਏਗੀ, V at Q, V at C, V at P। So clearly V at Q should be greater than V at C, should be greater than V at P। ਥਰਡ ਆਨਸਰ। ਤੁਹਾਨੂੰ ਮੈਂ ਕੀ ਸਮਝਾਇਆ ਸੀ ਕਿ ਇਹਦੇ ਅਬਾਊਟ ਸੋਚਿਆ ਕਰੋ ਕਿ ਇਹ ਗੋਲ ਘੁੰਮਦਾ ਪਿਆ, ਮਤਲਬ ਇਹ ਵੇ ਕਿ ਇਹ ਜਿਹੜਾ ਬਾਲ ਹੈਗਾ ਜਦੋਂ ਇੱਥੇ ਆਏਗਾ ਇਸ ਤਰ੍ਹਾਂ ਹੋ ਜਾਏਗਾ, ਇਸ ਤਰ੍ਹਾਂ ਘੁੰਮ ਕੇ ਇੱਥੇ ਆ ਜਾਏਗਾ, ਇਸ ਤਰ੍ਹਾਂ ਹੀ ਇੱਧਰ ਆ ਜਾਏਗਾ। So it's rotating about this, right? Rolling without slipping is equivalent to rotating about the point of contact। ਜਦੋਂ ਰੋਟੇਸ਼ਨ ਹੁੰਦੀ ਹੈ ਤੇ ਓਮੇਗਾ ਦਿੱਤਾ ਇਹਦੇ V ਕਿਸ ਤਰ੍ਹਾਂ ਕੱਢੀਦਾ, R ਓਮੇਗਾ। ਤੇ ਜੇ ਇਹ ਸੈਂਟਰ ਹੋਏ, ਇਹ R ਹੁੰਦਾ, ਇਹ R ਹੋਏਗਾ, ਇਹ R ਹੋਏਗਾ। ਸਭ ਤੋਂ ਜ਼ਿਆਦਾ R ਕਿਹੜਾ ਹੈ? ਹਾਈਪੋਟਨੀਸ ਵਾਲਾ, ਇਹ R ਜ਼ਿਆਦਾ ਹੈ ਕਿਉਂਕਿ ਇਹਦੋਂ ਨੇ ਸਟ੍ਰੇਟ ਲਾਈਨ ਵਿੱਚ ਬਣਾਏ ਸੀਗੇ। ਸੋ ਇਹ R ਜ਼ਿਆਦਾ ਹੈ, ਇਹ ਉਸ ਤੋਂ ਘੱਟ ਹੈ, ਇਹ ਸਭ ਤੋਂ ਘੱਟ ਹੈ ਕਿਉਂਕਿ ਇਹ ਥੱਲੇ ਹੈਗਾ। ਸੋ ਇਹਦੀ ਵੈਲੋਸਿਟੀ ਘੱਟ, ਇਹਦੀ ਵੈਲੋਸਿਟੀ ਉਸ ਤੋਂ ਜ਼ਿਆਦਾ, ਇਹਦੀ ਵੈਲੋਸਿਟੀ ਸਭ ਤੋਂ ਜ਼ਿਆਦਾ। ਸਿੰਪਲ ਮੈਥਡ, ਠੀਕ ਹੈ। ਬੁੱਕਸ ਵਿੱਚ ਕਈ ਮੈਥਡ ਦਿੱਤੇ ਹੋਏ ਨੇ ਪਰ ਉਹ ਲੰਮੇ ਮੈਥਡਸ ਨੇ, ਇਹ ਸਭ ਤੋਂ ਸੌਖਾ ਮੈਥਡ ਹੈ। ਓਕੇ, 11th एक सॉलिड स्फीयर है, एक हॉलो स्फीयर है। दिस इज अ सॉलिड स्फीयर, दिस इज अ हॉलो स्फीयर। कहता है same mass and radius both kept, same mass same radius
ਇੱਥੇ ਫੋਰਸ F ਲਗਾਇਆ ਹੈ। ਰਫ ਸਰਫੇਸ A1 ਤੇ A2 ਲੀਨੀਅਰ ਐਕਸਲਰੇਸ਼ਨ, ਇਹਦੀ ਐਕਸਲਰੇਸ਼ਨ ਹੈਗੀ A1, ਇਹਦੀ ਹੈਗੀ A2। ਘੁੰਮਦਾ ਵੀ ਪਿਆ ਤੇ ਟ੍ਰਾਂਸਲੇਟ ਵੀ ਕਰ ਰਿਹਾ, ਰੋਲਿੰਗ ਵਿਦਾਊਟ ਸਲਿਪਿੰਗ। ਸਫੀਸ਼ੀਐਂਟਲੀ ਰਫ ਸਰਫੇਸ ਤੇ ਰੱਖਣ ਦਾ ਮਤਲਬ ਹੈ ਕਿ ਇੰਨੀ ਜ਼ਿਆਦਾ ਰਫ ਹੈ ਕਿ ਉਹਨੇ ਨਾਲ ਹੀ ਰੋਲਿੰਗ ਵਿਦਾਊਟ ਸਲਿਪਿੰਗ ਕਰ ਲੈਣੀ। ਕੁਐਸਚਨ ਹੈਗਾ A1 is equal to A2, करो यार, लेट्स सी की करते हो। सारे निकलना चाहिए, इट्स वेरी 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 सिंपल। ओके, तुसी एक फॉर्मूला पढ़िया सीगा, A is equal to G sin theta I think it was I over mr square। ऐसी क्या मैंने गल जे मोमेंट ऑफ इनर्शिया का आंसर तो पता लग जाएगा। लेट्स चेक। सॉलिड स्फीयर, यस वही होना चाहिए। देखो तो मोमेंट ऑफ इनर्शिया ऑफ सॉलिड स्फीयर क्या होता है, 2/5 mr स्क्वायर। हॉलो स्फीयर 2/3 mr स्क्वायर। सॉलिड स्फीयर का इस तो ज़्यादा होता है, ग्रेटर दैन दिस। जे यह ज़्यादा है सॉलिड स्फीयर का 0.4 नहीं, हॉलो स्फीयर का ज़्यादा, solid sphere now 2/3 means 0.67, 2/5 means 0.4, so this is more। जे ए इस तो ज़्यादा है, जे ए ज़्यादा है तो ए घट होएगा। A hollow sphere is less than A solid sphere, so A hollow sphere, A hollow sphere का A less than this। ਹੁਣ ਤੁਸੀਂ ਕਹੋਗੇ ਸਰ ਇਹ ਫਾਰਮੂਲਾ ਕਿਸ ਤਰ੍ਹਾਂ ਲੱਗਿਆ ਤੇ ਇੰਕਲਾइन प्लेन ਦਾ ਹੈਗਾ, ਕੋਈ ਗੱਲ ਨਹੀਂ। इस यही फॉर्मूला तुसी ये ते बना सकते हो। किस तरह बना सकते हो, ये फ्रिक्शन लो, ठीक है। हुण ये F माइनस F इज इक्वल M इंटू A लिखो, फिर लिखो F इंटू R इज इक्वल I इंटू एल्फा, I A एल्फा वो बना दो। देखो इधर F माइनस F इज इक्वल M इंटू A, F into R is equal to I alpha, F is equal to I A over R square। ऐसे भर दो F minus I A over R square is equal to M into A, F will be equal to, sorry ऐसे गलती कर गया, F into R minus
एफ इंटू आर इज इक्वल टू आई अल्फा। इतों निकल आएगा एफ माइनस एफ इज इक्वल टू आई ए ओवर आर स्क्वायर। जे असी ऐड करिए 2f इज इक्वल टू एम ए प्लस आई ए ओवर आर स्क्वायर। इधरों 2f ओवर m प्लस आई ओवर आर स्क्वायर इज इक्वल टू ए। इतों निकल आएगा वो इक्वेशन आ भी यूज करो। देखो इधर आई रिपीट एफ माइनस एफ एम इंटू ए एफ इंटू आर आर क्रॉस एफ दोनों इको डायरेक्शन है। एफ प्लस एफ आएगा आई ए ओवर आर स्क्वायर। हाँ कदे ऐड होए तो उड़े ना एफ प्लस माइनस उड़ गया एफ प्लस एफ 2f हो गया दिस प्लस दिस आ गया ये चो ए कॉमन कर लिया बाकी सारा कुछ थले लाए। हम देखो जेदा आई है एफ एम आर सारे सेम ने जेदा आई है ए कट आई है कि ए कट मैं थोड़ा यह इक्वेशन बनाओ वो वाली ना यूज़ करो इंक्लाइन प्लेन वाली है इनू यूज़ कर लो ठीक है। इलेवन तो बाद 12th देखो सर कहता एक रील है एक फोर्स एफ इधर लगा है एक फोर्स एफ इधर लगा है। ਇਹਦਾ सेंटर ऑफ मास कहता किधर जाता है अगे नू पिछे नू रेस्ट देता है it remains at rest net torque is equal to 0। और ये एक या एक तो वादा आंसर है देखो कि आंसर है मतलब तुम ये रफ सरफेस उत्ते रखी हुई है इन्हें रोल करके जाना है ये गया तो कहता है दो फोर्सेस लगे हुए हैं एक इंज खिंचते पे हो एक इंज खिंचते पे हो सेंटर ऑफ मास किधर जाएगा करो हाँ जरा लेट्स सी कि तुम जवाब कर दो। हो गया ओके देखो इधर सिंपल लॉजिक है आर क्रॉस एफ किस तरह घुमाता पाया क्लॉकवाइज नेट टॉक 0 गलत क्योंकि टॉक तो है जो क्लॉकवाइज घुमाता पाया अल्फा इधर बनेगा अल्फा इधर बनया जो पॉइंट ऑफ कॉन्टैक्ट है उन्होंने है डिस्टेंस ਇਹਦਾ नाम लग लो आर अल्फा मिलेगा इधर जो आर अल्फा इधर ਨੂੰ ਮਿਲਿਆ ਤੁਹਾਨੂੰ पता पॉइंट ऑफ कॉन्टैक्ट ਤੇ एक्सेलरेशन की होनी चाहिए है 0 ए सेंटर ऑफ मास किधर आएगा अगे ਇਹਦਾ सेंटर ऑफ मास किधर जा रहा है राइट वाला अच्छा सिंपल है ठीक है। थर्टीन क्वेश्चन कहता 3 आइडेंटिकल डिस्क है नहीं रिंग्स है जना मास एम ते आर है एम रेडियस आर है आइडेंटिकल है कहता ਇਹਦੇ ਉੱਤੇ ਇਹਦਾ ਮੂਵਮੈਂਟ ਆਫ ਇਨਰਸ਼ੀਆ ਕੀ ਹੋਏਗਾ ਐਵੇਂ ਤੁਸੀਂ ਟਰਾਈ ਕਰੋਗੇ
आंसर है चॉइसेस है 3mr² 3/2 5 के 7/2 3/2 5 के 7/2 करो ट्राई लेट्स सी हो गया ओके देखो तो ਇਹ ਰਿੰਗ ਦਾ ਡਾਇਮੀਟਰ ਵਾਲਾ ਕਨਸੈਪਟ ਹੈਗਾ ਇਹ ਟੈਂਜੈਂਟ ਹੈਗੇ ਨੇ ਇਤੋਂ ਡਾਇਮੀਟਰ ਹੈ ਆਈਡੀ ਕੀ ਹੁੰਦਾ mr²/2 आई टेंजेंट ਕੀ ਹੁੰਦਾ mr²/2 plus mr² 3/2 mr²। so therefore total I ਕੀ ਹੋਏਗਾ एक ID plus 2 IT mr²/2 plus 2 times this 3 mr², 7/2 mr²। ठीक है सिंपल है कोई खास नहीं है 14 ओके देखो तो एक डिस्क हैगी ओमेगा नाल रोल कर रही है रोल का मतलब है रोलिंग विदाउट स्लिपिंग कहता पॉइंट होते चॉइसेस ਇਹ ਤੁਸੀਂ ਕਰ ਸਕਦੇ ਹੋ ਕਹਿੰਦਾ ਹੈ ਡਿਸਕ ਮਾਸ m ਤੇ ਰੇਡੀਅਸ r ਇਹਦਾ ਮਾਸ m ਰੇਡੀਅਸ r ਚॉइसेस ਦੇ ਵਿੱਚ ਹੈਗਾ ਹੈ 1/2 1/2 mr² omega 3/2 mr² omega 2 mr² omega mr² omega करो है ना लेट्स सी की कर दे हो गया देखो इधर ਇੱਥੇ ਹੋਏ ਜਾਂ ਇਸ ਪੁਆਇੰਟ ਦੇ ਉੱਤੇ ਹੋਏ ਸੇਮ ਹੈਗਾ ਰੀਜ਼ਨ ਬੀਇੰਗ ਕਿ ਵਿਦ ਰਿਸਪੈਕਟ ਟੂ ਗਰਾਊਂਡ ਹੀ ਹੈ ਗਰਾਊਂਡ ਤੁਸੀਂ ਭਾਵੇਂ ਇੱਥੋਂ ਦੇਖੋ ਭਾਵੇਂ ਇੱਥੋਂ ਦੇਖੋ ਭਾਵੇਂ ਇੱਥੋਂ ਦੇਖੋ ਭਾਵੇਂ ਇੱਥੋਂ ਦੇਖੋ ਡਜ਼ਨਟ ਮੈਟਰ ਔਰ ਇਹ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਦਿਸ ਇਜ਼ p into perpendicular distance from the point of contact plus I about the center of mass into omega ਇਹ ਕੀ ਹੋਏਗਾ mv into r plus ਇੱਥੇ moment of inertia ਦਾ mr²/2 plus mr² 3/2 कितों आया 3/2 इस एक्सिस के उत्ते घूमता पे ये होंगे mr²/2 तो पैरल एक्सिस थ्योरम लगाओ प्लस mr² 3/2 mr² v की वैल्यू भर दो यह होंगे r ओमेगा फाइव बाई टू आ रहा है एक मिनट चेक कर लेना मैं आंसर 5/2 ये है कितने आंसर है
Okay. सॉरी गलती की बेटा आई अबाउट सेंटर ऑफ मास लेना होता है इतने थोड़ा लेना होता है सॉरी आई अबाउट सेंटर ऑफ मास दिस इज 1/2 तो इतने 1/2 आएगा और दिस विल गिव मी 3/2 mr स्क्वायर आएगा आंसर चेक करना जरूरी सीगा क्योंकि मेरे दिमाग में आ गया एकदम कि ये सेंटर ऑफ मास से अबाउट है दिस इज नॉट अबाउट पॉइंट ऑफ कॉन्टैक्ट तो मैं पहले भी करवाया सीगा ओके 15 ओके ध्यान नाल देखो क्वेश्चन नंबर 15 कहता स्मॉल ऑब्जेक्ट ऑफ यूनिफॉर्म डेंसिटी कहता एक छोटा जिहा ऑब्जेक्ट है यूनिफॉर्म डेंसिटी नाल चढ़ रहा है small object of uniform density rolls up a curved surface with an initial velocity v. It reaches a maximum height of 3v square by 4g. Omega v any height तक चढ़ गया. The object is कहता ऑब्जेक्ट की है रिंग है डिस्क है सॉलिड स्फीयर है कि हॉलो स्फीयर है बहुत सिंपल है ध्यान ना दें एनर्जी कंजर्वेशन लगाओ इनिशियल एनर्जी इज पर फाइनल ग्राउंड स्टेट सिर्फ काइनेटिक होएगी हाफ एम ले लो दा मास एम वी स्क्वायर प्लस हाफ आई ओमेगा स्क्वायर इतने पहुंचे सिर्फ एम जी एच रह जानी रीजन वेलोसिटी भी खत्म हो जानी रुक जाना ओमेगा भी खत्म हो जाना क्योंकि रफ सरफेस है उन्हें कहा कि इस हाइट तक पहुंचे मतलब उत्थे जाके सारा कुछ खत्म हो गया ਹੁਣ ਇਹਦੇ ਵਿੱਚ m ਇਹਨੂੰ ਤੁਸੀਂ mk ਸਕੁਆਇਰ ਲਿਖ ਸਕਦੇ ਹੋ ਓਮੇਗਾ ਨੂੰ v ਸਕੁਆਇਰ ਓਵਰ r ਸਕੁਆਇਰ ਲਿਖ ਸਕਦੇ ਹੋ m ਤੇ ਉੱਡ ਗਿਆ ਹੁਣ ਹਾਫ v ਸਕੁਆਇਰ ਪਲਸ कॉमन कर लो हाफ v स्क्वायर आ जाएगा 1 प्लस के स्क्वायर ओवर आर स्क्वायर हाइट की देती है ये 3v स्क्वायर बाय 4g हम 3/4 में इधर ले आओ या इन्हों उधर ले जाओ 1 v स्क्वायर भी पहले उड़ा लो ए भी उड़ा लो क्या आ जाएगा 3/2 is equal to 1 plus k square over r square. So k square over r square किया जाएगा 1/2. तो k square over r square डिस्क का क्या होता है? या 1/2. So it means आंसर रहेगा डिस्क. So you have a disk. ठीक है? क्वेश्चन नंबर 16 क्वेश्चन नंबर 16 जरा ध्यान नाल देखना कहना टू डिस्क A and B are mounted coaxially on a vertical axle वर्टिकल एक्सल हैगी है एक डिस्क हैगी है एक डिस्क हैगी है ਇਹਦੇ ਨਾਲ ਇੱਕ ਸਪ੍ਰਿੰਗ ਲੱਗਾ ਹੋਇਆ ਸੀ ਜਿਹਨੇ ਨੂੰ ਧੱਕਾ ਮਾਰਨਾ ਕੰਪਰੈਸ ਕੀਤਾ ਹੋਇਆ ਸੀਗਾ कहता ਇਹਦਾ ਮੂਵਮੈਂਟ ਆਫ ਇਨਰਸ਼ੀਆ A ਦਾ ਹੈਗਾ 2i B ਦਾ ਹੈਗਾ i ਇਹ ਘੁੰਮਦੀ ਪਈ ਓਮੇਗਾ ਨਾਲ ਇਹ ਘੁੰਮਦੀ ਪਈ 2 ਓਮੇਗਾ ਨਾਲ ਇਹ ਸਪ੍ਰਿੰਗ x2 ਕੰਪਰੈਸ ਹੋਈ ਹੈ x1 ਕੰਪਰੈਸ ਹੋਈ ਚੈੱਕ ਕਰ ਲੈਂਦੇ
two disk A and B are mounted coaxially on a vertical circle. This have moment of inertia I and 2I and 2 omega ਨਾਲ ਘੁੰਮਦੀ ਪਈ ਹੈ। ਇਹ 2I ਹੈਗਾ, ਇਹ omega ਨਾਲ ਘੁੰਮਦੀ ਪਈ। ਇਹ ਓਮੇਗਾ ਤੇ 2 ਓਮੇਗਾ ਮਿਲਿਆ ਕਿੱਥੋਂ ਹੈ? ਜਦੋਂ ਇਹ ਕੰਪਰੈਸ ਹੋਈ ਹੈ x2 ਨਾਲ x1 ਨਾਲ, ਇਹਨੂੰ ਜਦੋਂ ਰਿਲੀਜ਼ ਕੀਤਾ ਇਹਨਾਂ ਨੂੰ ਐਨਰਜੀ ਦਿੱਤੀ ਤੇ ਦੋਨੇ ਘੁੰਮਣ ਲੱਗ ਪਏ। ਠੀਕ ਹੈ, ਹੁਣ ਕੁਐਸਚਨ ਕੀ ਹੈਗਾ? What is the ratio of x1 and x2? Find x1 by x2. Choices. Two, 1 by 2, under root 2, 1 by under root 2. करो ट्राई, लेट्स सी ये ट्राई कर सकते। मतलब समझ लो कि n जाएगी, दोनों वक्रे वक्रे एक्सेल है। करो यार, हो गया? देखो इनू एनर्जी किने देती? हाफ स्प्रिंग कांस्टेंट, स्प्रिंग दोनों के कांस्टेंट सेम ने, हाफ के x2 स्क्वायर ने देती हाफ आई ओमेगा स्क्वायर। आई है वे, ओमेगा है वे। उधरों हाफ के x1 स्क्वायर ने देती हाफ आई ओमेगा स्क्वायर। डिवाइड कर दो, हाफ आई कैंसिल हो जाने, इतों आना 4 ओमेगा स्क्वायर, हाफ आई कैंसिल हो गया 2 ओमेगा स्क्वायर। x1 by x2 जोड़ा है अंडर रूट 2 is to 1 और आंसर। ठीक है, ਇਹਦਾ अगला पार्ट वो ज़्यादा इंटरेस्टिंग है। वो की कहता है? कहता है the above problem when disk B is brought in contact with disk A, disk B ਤੇ disk A ਨੂੰ ਕੰਟੈਕਟ ਵਿੱਚ ਲਿਆਇਆ ਗਿਆ, ਇਹਦੇ ਉੱਤੇ ਚੜਾ ਦਿੱਤੀ ਗਈ। They acquire common angular velocity in time t. कहता after time t they acquire a common angular velocity omega dash time t तो बाद। एवरेज फ्रिक्शनल टॉर्क करना है आफ्टर टाइम, मतलब ड्यूरिंग दैट टाइम टी जो टॉर्क पैदा होया जिन्होंने ये चीज़ कराई है वो असीं कटना है। ट्राई करो फाइनल, let's see you can do it. हो गया? ये देखो ਹੁਣ ਧਿਆਨ ਨਾਲ ਸਮਝਣਾ, ਬਹੁਤ ਇੰਟੈਲੀਜੈਂਟ ਕੁਐਸਚਨ ਹੈ। ਜਦੋਂ ਇਹਨੂੰ ਇਹਦੇ ਉੱਤੇ ਲੈ ਐਂਗੂਲਰ ਮੋਮੈਂਟਮ ਅਸੀਂ ਕੰਜ਼ਰਵ ਕੀਤਾ। ਐਂਗੂਲਰ ਮੋਮੈਂਟਮ ਕਿਉਂ ਕੰਜ਼ਰਵ ਹੋਈ? ਕਿਉਂਕਿ ਦੋ ਬੋਡੀਜ਼ ਇੱਕ ਸਿਸਟਮ ਬਣਾ ਰਹੀਆਂ ਸੀ, ਉਹਨਾਂ ਦੇ ਵਿੱਚ ਜਿਹੜਾ ਇੰਟਰਨਲ ਫੋਰਸ ਲੱਗਿਆ ਉਹ ਇੰਟਰਨਲ ਹੈਗਾ, ਐਕਸਟਰਨਲ ਤੇ ਹੈ ਹੀ ਨਹੀਂਗਾ। ਸੋ ਇਹਦੇ ਵਿੱਚ ਕੀ ਹੋਏਗਾ? ਐਲ ਆਈ ਮਸਟ ਬੀ ਇਕੁਅਲ ਟੂ ਐਲ ਐਫ। एल एफ की होएगा जो दोनों इकट्ठे हो गए 3i हो जाएगा मोमेंट ऑफ इनर्शिया इनटू ओमेगा डैश
क्योंकि दोनों इकट्ठे हो गए, एक आई एक 2i 3i हो गया। इनिशियल की सीगा, इनिशियल सी i इंटू 2 ओमेगा प्लस 2i इंटू ओमेगा, 4i ओमेगा वॉज इक्वल टू 3i ओमेगा डैश। ओमेगा डैश निकल आएगा 4/3 ओमेगा। ਇਹਦਾ ਮਤਲਬ ਹੈ ਕਿ ਇਹਦਾ 2 ਓਮੇਗਾ ਤੋਂ ਘਟ ਕੇ 4/3 ਓਮੇਗਾ ਹੋ ਜਾਏਗਾ, ਇਹਦਾ ਓਮੇਗਾ ਤੋਂ ਵੱਧ ਕੇ 4/3 ਓਮੇਗਾ ਹੋ ਜਾਏਗਾ ਜਦੋਂ ਇਹ ਦੋਨੇ ਇਕੱਠੇ ਚੱਲਣ ਲੱਗ ਪੈਣਗੇ। ਹੁਣ ਟੌਕ ਕਿਸ ਤਰ੍ਹਾਂ ਕੱਢੀਏ? ਟੌਕ ਕੱਢਣ ਦਾ ਬੜਾ ਹੀ ਸਿੰਪਲ ਮੈਥਡ ਹੈ, ਧਿਆਨ ਨਾਲ ਦੇਖੋ। ਫਾਈਨਲ ਇਜ਼ ਇਕੁਅਲ ਟੂ ਇਨੀਸ਼ੀਅਲ ਪਲਸ ਐਲਫਾ ਟੀ। ਜੇ ਅਸੀਂ ਇਹ ਕੇਸ ਲਈਏ, ਇਹ ਓਮੇਗਾ ਤੋਂ ਕਿੰਨਾ ਬਣ ਜਾਣਾ ਹੈ? 4/3 ਓਮੇਗਾ। ਇਹਦਾ ਮਤਲਬ ਇਹਨੂੰ ਐਲਫਾ ਜਿਹੜਾ ਮਿਲਿਆ ਉਹ ਐਕਸਲਰੇਟ ਕਰਨ ਵਾਲਾ ਮਿਲਿਆ। ਇਹਦਾ ਐਲਫਾ ਕੀ ਹੋਏਗਾ? ਐਲਫਾ ਵਿਲ ਬੀ ਇਕੁਅਲ ਟੂ ਟੌਕ ਓਵਰ ਇਹਦਾ i 2i, ਇੱਥੇ ਭਰ ਦੋ 4/3 ਓਮੇਗਾ ਦੀ ਨਵੀਂ ਵੈਲੋਸਿਟੀ ਬਣ ਜਾਣੀ। ਇਨੀਸ਼ੀਅਲ ਕੀ ਸੀ? ਓਮੇਗਾ ਪਲਸ ਟੌਕ ਓਵਰ 2i ਇੰਟੂ ਟੀ। ਇਹਨੂੰ ਇੱਧਰ ਲੈ ਆਓ, ਇੱਥੋਂ ਟੌਕ ਨਿਕਲ ਆਏਗਾ 2/3 ओमेगा i over t। और आंसर है 2/3 ओमेगा i over t। चेक कर लो। लॉस इन काइनेटिक एनर्जी का तीसरा सवाल भी आया सीगा। आएगी फाइनल माइनस इनिशियल। यह किस तरह करनी? हाफ जो कट्ठे हो गए 3i हो गया, हाफ i ओमेगा डैश स्क्वायर जो नवा ओमेगा कढ़िया माइनस हाफ i ओमेगा स्क्वायर प्लस हाफ 2i ओमेगा स्क्वायर। इनू सॉल्व कर लेना तो आंसर आ जाएगा। आंसर शायद मेरे को होएगा, आंसर है i ओमेगा स्क्वायर बाई 3 आना चाहिए। चेक कर लेना थोड़ा आंसर। ठीक है, एक लास्ट क्वेश्चन करते हैं। कहता है from a circular disk of radius r and mass 9m, circular disk of radius r and mass 9m, a small disk of radius r by 3 is removed. Moment of inertia of the remaining disk about an axis perpendicular to the plane of the disk and passing through O is. Moment of inertia about O ਅਸੀਂ ਇਹਦਾ ਲੱਭਣਾ ਹੈ। ਚੋਇਸਸ ਹੈਗੀਆਂ ਨੇ, ਚੋਇਸਸ ਹੈਗੀਆਂ ਨੇ 4mr square 40/9mr square nmr square 37/9mr square। 37/9। ट्राई करो, 10 को मिनट लगा हुआ थे तो वीडियो रोक के ट्राई करो। शाबाश।
हो गया ओके देखो सब तो पहले डिस्क हैगी है मास पर यूनिट एरिया करो ਇਹਦਾ ਨਾਮ ਰੱਖ ਦੋ ਸਿਗਮਾ ਇਹ ਹੋਏਗਾ 9m over pi r square ਇਹਦਾ ਏਰੀਆ ਕੱਢੋ ਜਿਹੜਾ ਤੁਸੀਂ ਮੋਰੀ ਕੀਤੀ ਹੈ ਰਿਮੂਵ ਦਿਸ ਇਹਦਾ ਮਾਸ ਕੱਢੋ ਰਿਮੂਵ ਡਿਸਕ ਦਾ ਏਰੀਆ into sigma m निकलेगा सो ਇਹਦਾ ਮਾਸ ਮੈਨੂੰ ਮਿਲ ਗਿਆ m ਹੁਣ ਇਹਦਾ ਮੂਵਮੈਂਟ ਆਫ ਇਨਰਸ਼ੀਆ ਇੱਥੇ ਕਰਨਾ ਅਬਾਊਟ o ਇੱਥੇ ਕੀ ਹੋਏਗਾ m r square by 2 अभी डिस्क की है इथों इतने पैरेलल एक्सिस थ्योरम लगाओ प्लस m इथों आ जाएगा m r square 18 m r square 4 by 9 18 LCM ले लो 4 2 8 and 1 9 mr square by 2 आ रहे mr square by 2 आना चाहिए इस तरह ही कटो ये डिस्क का आई डिस्क ਇਹਦਾ ਮਾਸ ਹੈਗਾ m r square by 2 ਹੁਣ ਇਹਦਾ ਕਰੋ i about o ਇਹ ਹੋਏਗਾ जो इन्हें इतने कॉन्ट्रीब्यूट किया तो जो इन्हें किया पर सबट्रैक्ट करना पैना आई डी माइनस आई आर ओ एंड 8/2 4 m r स्क्वायर देखो इधर ਐਗਜ਼ੈਕਟਲੀ ਉਹੀ ਇਹ ਕਨਸੈਪਟ ਜਿਹੜਾ ਤੁਸੀਂ ਸੈਂਟਰ ਆਫ ਮਾਸ ਵਿੱਚ ਕੱਢਿਆ ਸੀਗਾ ਸੈਂਟਰ ਆਫ ਮਾਸ ਕੱਢਣ ਵੇਲੇ ਵੀ ਤੁਸੀਂ ਕੀ ਕੀਤਾ ਸੀ ਨੈਗੇਟਿਵ ਮਾਸ ਬਣਾਤਾ ਸੀ ਇੱਥੇ ਨੈਗੇਟਿਵ ਮੂਵਮੈਂਟ ਆਫ ਇਨਰਸ਼ੀਆ ਬਣਾਉਣਾ ਫਿਰ ਸੁਣੋ ਮੈਂ ਕੀ ਕੀਤਾ ਮਾਸ ਪਰ ਯੂਨਿਟ ਏਰੀਆ ਕੱਢਿਆ ਇਹਦਾ ਏਰੀਆ ਕੱਢਿਆ ਇਹਦਾ ਮਾਸ ਏਰੀਆ ਨਾਲ ਮਲਟੀਪਲਾਈ ਕਰਕੇ ਕੱਢ ਲਿਆ ਹੁਣ ਇਹਦੇ ਕਾਰਨ ਇੱਥੇ ਮੂਵਮੈਂਟ ਆਫ ਇਨਰਸ਼ੀਆ ਕੀ ਹੋਏਗਾ ਤੁਹਾਨੂੰ ਪਤਾ ਡਿਸਕ ਦਾ ਜੋ ਹੁੰਦਾ ਉਹ ਹੁੰਦਾ m by r by 3 ਦਾ ਸਕੁਆਇਰ by 2 ਉਹਦੇ ਇੱਥੇ ਵੀ ਲੇਕਿਨ ਇੱਥੇ ਕੰਟਰੀਬਿਊਸ਼ਨ ਕੀ ਦੇਗਾ ਪੈਰਲਲ ਐਕਸਿਸ ਥਿਓਰਮ ਇੱਥੋਂ ਲੈ ਕੇ ਇੱਥੇ ਤੱਕ 2r by 3 ਡਿਸਟੈਂਸ ਹੈਗਾ ਐਡ ਕਰਕੇ ਸਾਡੇ ਕੋਲ ਇਹ ਆ ਗਿਆ ਲੇਕਿਨ ਇਹ ਅਸੀਂ ਹੁਣ ਸਬਟ੍ਰੈਕਟ ਕਰਾਂਗੇ ਕਿਉਂਕਿ ਇਹਨੂੰ ਅਸੀਂ ਨੈਗੇਟਿਵ ਮਾਸ ਗਿਣਾਂਗੇ ਇਹਦੇ ਕਾਰਨ ਕੀ ਸੀਗੇ ਜੇ ਪੂਰੀ ਡਿਸਕ ਹੁੰਦੀ ਇਹ ਸੀਗਾ ਇਹਦੇ ਵਿੱਚੋਂ ਇਹਨੂੰ ਮਾਈਨਸ ਕਰ ਦੋ ਤੁਹਾਡਾ ਆਨਸਰ ਆ ਜਾਏਗਾ ਇਹ ਤੁਹਾਡਾ ਆਨਸਰ ਸੋ ਇਹਦੇ ਨਾਲ ਅਸੀਂ ਕਾਫੀ ਕਵਰੇਜ ਕਰ ਲਈ ਹੈ ਰੋਟੇਸ਼ਨਲ ਮੋਸ਼ਨ ਦੇ ਡਿਫਰੈਂਟ ਕੁਐਸਚਨਸ ਤੁਹਾਨੂੰ ਮੈਂ ਦਿਖਾਤੇ ਨੇ ਰਿਵੀਜ਼ਨ ਐਕਸਰਸਾਈਜ਼ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਕਰੋ ਇਸ ਤੋਂ ਬਾਅਦ ਤੁਹਾਨੂੰ ਰੋਟੇਸ਼ਨਲ ਮੋਸ਼ਨ ਆਣੀ ਚਾਹੀਦੀ ਡੀਪੀਪੀ ਇਸ ਦੁਬਾਰਾ ਦੇਖੋ ਅਸਾਈਨਮੈਂਟ ਚੰਗੀ ਤਰ੍ਹਾਂ ਕਰੋ ਪ੍ਰੋਬਲਮ ਜਿਹੜੀਆਂ ਮੈਂ ਕਰਾਈਆਂ ਚੰਗੀ ਤਰ੍ਹਾਂ ਸਮਝੋ ਫਿਰ ਯੂ ਆਰ ਰੈਡੀ ਔਰ ਇਹ ਟਫੈਸਟ ਚੈਪਟਰ ਆਫ +1 ਹੈ ਜੇ ਤੁਹਾਨੂੰ ਇਹ ਸਮਝ ਲੱਗੀ ਫਿਰ ਸਾਰੀ ਸਮਝ ਲੱਗੀ ਠੀਕ ਹੈ ਥੈਂਕ ਯੂ ਵੈਰੀ ਮਚ